ਤੁਹਾਡੇ ਨਾਲ ਤੇ ਹਾਜ਼ਰ ਹਾਂ ਅਸੀਂ ਪੰਜਾਬ ਦੇ ਬਜਟ ਦੀ ਇਸ ਖਾਸ ਕਵਰੇਜ ਦੇ ਨਾਲ। ਅੱਜ ਤੁਹਾਨੂੰ ਨਿਊਜ਼ ਰੂਮ ਤੋਂ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋਏਗੀ ਕਿ ਆਖਿਰ ਅੱਜ ਦੇ ਬਜਟ ਦੇ ਵਿੱਚ ਤੁਹਾਡੇ ਲਈ ਕੀ ਖਾਸ ਹੈ, ਕਿਹੜੇ ਖੇਤਰ ਦੇ ਨਾਲ ਤੁਸੀਂ ਜੁੜੇ ਹੋ। ਉਮੀਦ ਹਰ ਇੱਕ ਖੇਤਰ ਨੂੰ ਅੱਜ ਹੈ, ਇਸ ਕਰਕੇ ਵੀ ਉਮੀਦ ਹੈ ਕਿਉਂਕਿ ਇਹ ਇਲੈਕਸ਼ਨ ਬਜਟ ਹੈ। ਮੇਰੇ ਨਾਲ ਸਾਡੇ ਸਹਿਯੋਗੀ ਹੋਣਗੇ अमृत। बिल्कुल, तो बजट दे विचों की निकलदा है, आखिरी बजट है सरकार दे लिए इसलिए अहम हो जाता है क्योंकि 2022 ਦੀਆਂ ਚੋਣਾਂ ਸਿਰ ਤੇ ਨੇ। आखिरी बजट है यानी कि मौका भी है ते चुनौती भी है। मौका इसलिए कि अजिहा कुछ किया जाए कि लोगों को लुभा लिया जाए, चुनौती हर वर्ग ਨੂੰ खुश करने दी क्योंकि आसान नहीं है गौरव हर वर्ग ਨੂੰ खुश करना। टकटकी लगा के तो हर कोई देख रहा है कि साडे लिए इस बजट दे विचों की निकलेगा। जी बिल्कुल, तो टकटकी लगा के देख रहे हैं ते इस नजर दे विचाले 11:15 ਦਾ इंतजार है। शुरुआत वड्डी खबर दे नाल ही ਅਸੀਂ ਕਰਨ ਜਾ ਰਹੇ ਹਾਂ ਤੇ ਵੱਡੀ ਖਬਰ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਇੱਕ ਪੂਰਾ ਪ੍ਰੋਸੈਸ ਹੁੰਦਾ ਇੱਕ ਤਰੀਕੇ ਨਾਲ ਅੱਜ ਦੇ ਦਿਨ ਦਾ ਸ਼ੁਰੂ ਹੋ ਚੁੱਕਾ ਹੈ। ਖਜ਼ਾਨਾ ਮੰਤਰੀ ਸੂਬੇ ਦੇ ਮਨਪ੍ਰੀਤ ਬਾਦਲ ਆਪਣੇ ਘਰ ਤੋਂ ਰਵਾਨਾ ਹੋ ਚੁੱਕੇ ਨੇ, ਕੁਝ ਹੀ ਮਿੰਟ ਪਹਿਲਾਂ ਆਪਣੇ ਘਰ ਤੋਂ ਰਵਾਨਾ ਹੋਏ ਨੇ। ਥੋੜੀ ਦੇਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਣੀ ਹੈ। ਇਸ ਮੀਟਿੰਗ ਦੇ ਵਿੱਚ ਜਿਹੜੀ ਰਸਮੀ ਤੌਰ ਤੇ ਪ੍ਰਵਾਨਗੀ ਹੁੰਦੀ ਹੈ ਕੈਬਨਿਟ ਦੇ ਵੱਲੋਂ ਦਿੱਤੀ ਜਾਂਦੀ ਹੈ ਬਜਟ ਨੂੰ, ਉਹ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਸਦਨ ਦੇ ਵਿੱਚ ਮਨਪ੍ਰੀਤ ਬਾਦਲ ਪੇਸ਼ ਕਰਨਗੇ ਅੱਜ ਦਾ ਬਜਟ। ਇਲੈਕਸ਼ਨ ਈਅਰ ਹੈ ਤੇ ਇਲੈਕਸ਼ਨ ਈਅਰ ਦੇ ਵਿੱਚ ਕੀ ਕੁਝ ਖਾਸ ਰਹਿ ਸਕਦਾ ਹੈ, ਹਰ ਕਿਸ ਦੀ ਨਜ਼ਰ ਇਸ ਦੇ ਉੱਤੇ ਹੈ। ਅਲੱਗ-ਅਲੱਗ ਖੇਤਰਾਂ ਦਾ ਅਸੀਂ ਜ਼ਿਕਰ ਕਰਾਂਗੇ, ਉਹ ਚਾਹੇ किसानी होवे, चाहे नौजवान वर्ग होवे, इंडस्ट्री होवे, हेल्थ सेक्टर होवे, एजुकेशन सेक्टर होवे, हर एक नूं अज उम्मीद है कि हर एक सेक्टर दे लई कुछ ना कुछ खास जरूर होएगा। बार-बार इस करके भी ਅਸੀਂ ਜ਼ਿਕਰ कर रहे हैं क्योंकि ਇਹ ਸਾਲ ਹੈ ਚੋਣਾਂ ਦਾ, ਚੁਣਾਵੀ ਸਾਲ ਹੈ, ਇਸ ਕਰਕੇ ਬਹੁਤ ਸਾਰੀਆਂ ਉਮੀਦਾਂ ਅੱਜ ਦੇ ਬਜਟ ਤੋਂ। ਤਾਂ ਕੀ ਵਰਗ ਨੂੰ ਕੀ ਮਿਲੇਗਾ, ਖਾਸ ਤੌਰ ਤੇ ਮਹਿਲਾਵਾਂ ਦਾ ਵੀ ਜ਼ਿਕਰ ਅਹਿਮ ਹੋ ਜਾਂਦਾ ਹੈ ਕਿਉਂਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਤਾਂ ਸਰਕਾਰ ਕੱਲ ਯੋਜਨਾਵਾਂ ਦਾ ਲੇਖਾ ਜੋਖਾ ਤਾਂ ਜ਼ਰੂਰ ਦੇ ਰਹੀ ਸੀ ਕਿ ਅਸੀਂ ਮਹਿਲਾਵਾਂ ਦੇ ਲਈ ਕੀ ਕੁਝ ਕੀਤਾ ਹੈ ਹੁਣ ਤੱਕ, ਪਰ ਅੱਜ ਮਹਿਲਾਵਾਂ ਦੇ ਲਈ ਸਰਕਾਰ ਕੀ ਕੋਈ ਵੱਡਾ ਐਲਾਨ ਕਰਦੀ ਹੈ, ਇਹ ਵੀ ਜੋ ਹੈ ਮਹਿਲਾਵਾਂ ਦੀ ਨਜ਼ਰ ਬਣੀ ਰਹੇਗੀ। ਪਰ ਬਾਰ-ਬਾਰ ਜ਼ਿਕਰ ਇਸ ਲਈ ਹੁੰਦਾ ਹੈ, ਪੁਆਇੰਟ ਵਾਈਜ਼ ਵੀ ਚਰਚਾ ਕਰਾਂਗੇ ਵੱਖ-ਵੱਖ ਖੇਤਰਾਂ ਤੇ। ਕਿਸਾਨੀ ਕਿਉਂ ਅਹਿਮ ਹੈ ਕਿਉਂਕਿ ਕਿਸਾਨੀ ਦਾ ਜੋ ਕਰਜ਼ ਮਾਫੀ ਦਾ ਵਾਅਦਾ ਲੈ ਕੇ ਹੀ ਸੱਤਾ ਦੇ ਵਿੱਚ ਸਰਕਾਰ ਆਈ ਸੀ। ਜੀ ਬਿਲਕੁਲ, ਸੱਤਾ ਦੇ ਵਿੱਚ ਜਦੋਂ ਆਏ ਸੀ ਵਾਅਦੇ ਬਹੁਤ ਸਾਰੇ ਸੀ, ਪਰ ਅੱਜ ਦੇ ਬਜਟ ਦੇ ਵਿੱਚ ਕੀ ਖਾਸ ਹੋਏਗਾ ਉਸ ਦੇ ਉੱਤੇ ਸਭ ਦੀ ਨਜ਼ਰ ਹੈ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ, ਪੰਕਜ ਕਪਾਹੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਮਨਪ੍ਰੀਤ ਬਾਦਲ ਆਪਣੇ ਘਰੋਂ ਨਿਕਲੇ ਨੇ ਤੇ ਮਨਪ੍ਰੀਤ ਬਾਦਲ ਕੀ ਕੁਝ ਇਸ ਬਜਟ ਤੋਂ ਪਹਿਲਾਂ ਕਹਿੰਦੇ ਨਜ਼ਰ ਆਉਣਗੇ ਨੇ। ਸਿੱਧਾ ਰੁਕ ਕਰਦੇ ਹਾਂ ਪੰਕਜ ਕਪਾਹੀ ਦਾ। ਪੰਕਜ, ਓਵਰ ਟੂ ਯੂ। थ्रू करने लगा ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਘਰੋਂ ਬਾਹਰ ਨਿਕਲੇ ਨੇ, ਅੱਜ ਬਜਟ ਪੇਸ਼ ਕਰਨਾ ਹੈ 11:15 ਵਜੇ। ਮਨਪ੍ਰੀਤ ਜੀ, ਕਿੰਨੀਆਂ ਉਮੀਦਾਂ ਅੱਜ ਦੇ ਬਜਟ ਨੂੰ ਲੈ ਕੇ? मैं ना कैबिनेट मीटिंग से जाके आऊँगा, फिर मैं वापस करे आ जाऊँगा, फिर इतना 10 बजे चलूँगा, तो फिर मैं 10 बजे थोड़ी बाइट दे के जाऊँगा। ਹੁਣ ਕੁਝ ਕਹਿਣਾ ਚਾਹੋਗੇ ਬਜਟ? हूँ तो ये कैबिनेट पहले पास तो करा लिया कैबिनेट। ਚਲੋ ਤਾਂ ਮਨਪ੍ਰੀਤ ਸਿੰਘ ਬਾਦਲ ਘਰੋਂ ਬਾਹਰ ਨਿਕਲੇ ਨੇ। ਮਨਪ੍ਰੀਤ ਬਾਦਲ ਘਰ ਤੋਂ ਰਵਾਨਾ ਹੋਏ ਨੇ। ਹਾਲਾਂਕਿ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਡਾਇਰੈਕਟਲੀ ਉਹ ਕੈਬਨਿਟ ਮੀਟਿੰਗ ਦੇ ਲਈ ਨਿਕਲ ਗਏ ਨੇ ਕਿਉਂਕਿ ਉਹ ਕਹਿੰਦੇ ਨਜ਼ਰ ਆਏ ਨੇ ਕਿ 10 ਵਜੇ ਦੇ ਆਸ-ਪਾਸ ਉਹ ਮੀਡੀਆ ਦੇ ਨਾਲ ਗੱਲਬਾਤ ਕਰਨਗੇ, ਉਸ ਤੋਂ ਬਾਅਦ ਉਹ ਅੱਗੇ ਜਿਹੜਾ ਪੂਰਾ ਪ੍ਰੋਸੈਸ ਹੈ ਉਸ ਦੇ ਲਈ ਅੱਗੇ ਵਧਣਗੇ। ਤਾਂ ਇੰਤਜ਼ਾਰ ਹੋ ਰਿਹਾ ਅੱਜ ਦੇ ਬਜਟ ਦਾ, ਤੇ ਇਸ ਬਜਟ ਤੋਂ ਪਹਿਲਾਂ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਉਮੀਦਾਂ ਨੇ। ਉਮੀਦਾਂ ਇਸ ਕਰਕੇ ਨੇ ਕਿਉਂਕਿ ਇਸ ਵਾਰ ਇਲੈਕਸ਼ਨ ਬਜਟ ਹੈ ਤੇ ਇਸ ਇਲੈਕਸ਼ਨ ਦੇ ਦੌਰ ਦੇ ਵਿੱਚ, ਇਸ ਸਾਲ ਦੇ ਵਿੱਚ ਕੀ ਕੁਝ ਕੈਪਟਨ ਦੇ ਪਿਟਾਰੇ 'ਚ ਹੈ ਜਾਂ ਮਨਪ੍ਰੀਤ ਬਾਦਲ ਦੇ ਪਿਟਾਰੇ ਦੇ ਵਿੱਚ ਹੈ, ਕਿਹੜੇ ਖੇਤਰ ਦੇ ਲਈ ਕੀ ਕੁਝ ਖਾਸ ਹੈ ਕਿਉਂਕਿ ਕਿਸਾਨਾਂ ਦਾ ਇੱਕ ਪਾਸੇ ਇਸ ਸਮੇਂ ਪੂਰੇ ਪੰਜਾਬ ਦੇਸ਼ ਦੇ ਵਿੱਚ ਮੁੱਦਾ ਹੈ ਤਾਂ ਦੂਜੇ ਪਾਸੇ ਨੌਕਰੀਆਂ ਦੀ ਬਹੁਤ ਉਮੀਦ ਹੁੰਦੀ ਹੈ ਜਦੋਂ ਇਲੈਕਸ਼ਨ ਈਅਰ ਹੋਵੇ। ਵੈਟ ਘਟਣ ਦੀ ਬਹੁਤ ਉਮੀਦ ਹੋਵੇਗੀ ਜਦੋਂ ਇਲੈਕਸ਼ਨ ਈਅਰ ਹੋਵੇ। ਅੰਮ੍ਰਿਤ, ਬਹੁਤ ਸਾਰੀਆਂ ਉਮੀਦਾਂ ਹਰ ਇੱਕ ਖੇਤਰ ਨੂੰ, ਖਾਸ ਤੌਰ ਤੇ ਵਿਮਨਸ ਡੇ ਦੇ ਮੌਕੇ ਦੇ ਉੱਤੇ ਮਹਿਲਾਵਾਂ ਨੂੰ ਵੀ ਹੋਣਗੀਆਂ। ਬਿਲਕੁਲ, ਮਹਿਲਾਵਾਂ ਦੇ ਲਈ ਇਸ ਲਈ ਵੀ ਵੱਧ ਜਾਂਦੀਆਂ ਨੇ ਕਿਉਂਕਿ ਗੌਰਵ ਪਿਛਲੇ ਦਿਨਾਂ ਦੇ ਵਿੱਚ ਸਿਲੰਡਰ ਦੀਆਂ ਕੀਮਤਾਂ ਜਿਸ ਤਰੀਕੇ ਦੇ ਨਾਲ ਵਧੀਆਂ ਨੇ ਤਾਂ ਉਹ ਪੂਰੀ ਤਰ੍ਹਾਂ ਬਜਟ ਇੱਕ ਹਿਲਾ ਕੇ ਰੱਖ ਦਿੱਤਾ। ਤਾਂ ਮਹਿਲਾਵਾਂ ਜੋ ਹੁੰਦੀਆਂ ਨੇ, ਬੇਸ਼ੱਕ ਵਰਕਿੰਗ ਵੂਮਨ ਹੋਣ, ਰਸੋਈ ਹਰ ਕਿਸੇ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਇਸ ਲਈ ਸਭ ਤੋਂ ਵੱਡੀ ਕਹਿ ਲਓ ਜਾਂ ਛੋਟੀ ਜੀ ਉਮੀਦ ਹੈ ਕਿ ਸਾਡਾ ਬਜਟ ਜੋ ਹੈ ਉਹ ਉਹੀ ਹਿਸਾਬ ਦੇ ਨਾਲ ਸੈੱਟ ਹੋਵੇ ਕਿਉਂਕਿ ਰਸੋਈ ਤੋਂ ਬਾਅਦ ਹੀ ਪੂਰੇ ਘਰ ਦਾ ਬਜਟ ਜੋ ਹੈ ਉਹ ਚੱਲਦਾ ਹੈ। ਤਾਂ ਸਿਲੰਡਰ ਦੀਆਂ ਕੀਮਤਾਂ ਪਿਛਲੇ ਦਿਨਾਂ ਦੇ ਵਿੱਚ ਕਦੇ 25 ਰੁਪਏ ਕਦੇ 35 ਰੁਪਏ ਇਸ ਹਿਸਾਬ ਦੇ ਨਾਲ ਵਧੀਆਂ ਨੇ। ਕਮਰਸ਼ੀਅਲ ਸਿਲੰਡਰ ਵੀ ਵਧਿਆ ਹੈ ਤਾਂ ਉਹ ਕੀਮਤਾਂ ਘਟਦੀਆਂ ਨਹੀਂ ਜਾਂ ਫਿਰ ਨਹੀਂ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ। ਜਿਸ ਤੇਜ਼ੀ ਦੇ ਨਾਲ ਕੀਮਤਾਂ ਵਧੀਆਂ ਨੇ ਤੇ ਸਰਕਾਰ ਦੇ ਉੱਪਰ ਬਾਰ-ਬਾਰ ਇਹੀ ਸਵਾਲ ਆਉਂਦਾ ਸੀ ਕਿ ਕੇਂਦਰ ਤੇ ਤਾਂ ਅਸੀਂ ਬਾਅਦ ਵਿੱਚ ਜਾਵਾਂਗੇ, ਤੁਸੀਂ ਆਪਣੇ ਪੱਧਰ ਤੇ ਆਪਣਾ ਵੈਟ ਤਾਂ ਘਟਾਓ। जी बिल्कुल, कि वाकई वैट घटा के कोई राहत दी जा सकती है। बहुत सारी अहम पॉइंट्स ने पर ਅਸੀਂ ਇੱਕ करके सब ਦੇ ਉੱਤੇ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗੇ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਮਹਿਮਾਨ ਵੀ ਜੁੜਨਗੇ, ਅਸੀਂ ਉਹਨਾਂ ਦਾ ਵੀ ਰੁਖ ਕਰਾਂਗੇ।
ਪਰ ਪਹਿਲਾਂ ਰੁਕ ਕਰਦੇ ਹਾਂ ਪੰਕਜ ਕਪਾਹੀ ਦਾ। ਪੰਕਜ ਨੇ ਥੋੜੀ ਦੇਰ ਪਹਿਲਾਂ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਗੱਲਬਾਤ ਕੀਤੀ ਹੈ। ਸਿੱਧਾ ਪੰਕਜ ਦਾ ਰੁਕ ਕਰਦੇ ਹਾਂ। ਪੰਕਜ, ਮਨਪ੍ਰੀਤ ਬਾਦਲ ਘਰੋਂ ਨਿਕਲੇ, ਪਹਿਲਾਂ ਤਾਂ ਇਹ ਦੱਸੋ ਕਿ ਉਹ ਬਜਟ ਵਾਲਾ ਪੂਰਾ ਜਿਹੜਾ ਬੈਗ ਹੁੰਦਾ ਉਹ ਲੈ ਕੇ ਨਿਕਲ ਚੁੱਕੇ ਨੇ ਜਾਂ ਫਿਰ ਅਜੇ ਰਸਮੀ ਤੌਰ ਤੇ ਜਿਹੜਾ ਬਜਟ ਪੇਸ਼ ਕਰਨ ਦੇ ਲਈ ਘਰੋਂ ਰਵਾਨਾ ਹੁੰਦੇ ਨੇ ਖਜ਼ਾਨਾ ਮੰਤਰੀ? बिल्कुल गौरव, क्योंकि मनप्रीत सिंह बादल थोड़ी देर पहला इस घरों बाहर जड़ा वै इत्थों दी निकले ने और मनप्रीत सिंह बादल दे हाथ दे विच बैग सी जो बजट वाला बैग जिसनूं कहा जांदा वै और कैबिनेट दे विच मंजूरी लैण दे लई मनप्रीत सिंह बादल इस वेले जो है विधान सभा पहुंचे ने और उत्थे कैबिनेट शुरू होण जा रही है। कैबिनेट अगले 2 ਤੋਂ 3 मिनट च शुरू हो जाएगी। उत्थे ये पूरा बजट जिहड़ा वै कैबिनेट दे विच पास करवाया जाएगा और उस तो बाद मनप्रीत सिंह बादल एक बार फिर तो पंजाब जो है अपने घर आएंगे, घर फिर एक बार गलबात जी करेंगे और 11:15 बजे जो है बजट पेश किया जाना वै और इस बजट नूं लैके पूरे पंजाब दीयां नज़रां जिहड़ियां ने वो टिकियां रहन वालियां क्योंकि 2017 च जो वादे किए गए सी जदों सरकार बनी, मनप्रीत सिंह बादल खजाना मंत्री बने तो उस वेले कहा गया कि बहुत ज़्यादा बोझ पुरानी सरकार जिहड़ी वो छड्ड गई है, उसनूं किते ना किते पूरा करन दी कोशिश दे विच पिछले 3 ਤੋਂ 4 साल निकल गए ने तो आखिरी साल दे विच चुनावी साल जिसनूं कहा जाता वै और अजिहे च अगले साल बजट कौन पेश करेगा ये 2022 दी चोणां तो बाद जनता ने जो है वो फतवा जारी करना वै। तो आखिरी बजट है मनप्रीत सिंह बादल का 2017 की सरकार का। तो अजिहे च बहुत सारिया उम्मीदां पंजाब के लोगों नूं रहन वालियां, खास तौर पर अगर किसानां की गल की जाए तो पंजाब दे विच एक वड्डी वोट बैंक किसान वोट बैंक है। लगातार कांग्रेस ये दावा कर रही है कि असी किसानां दे नाल खड़े हैं, असी अपनी हैसियत के मुताबिक कर्ज माफ किया हुआ है। हालांकि पूरा कर्ज माफ ना होने ते विरोधी लगातार तंज कस रहे हैं, विरोधी लगातार सवाल खड़े कर रहे हैं। पिछले दिनों के एक खुदकुशी का मामला भी सामने आया। इस तो इलावा किसानों लई की कुछ रहन वाला है, कर्जा कितना होर माफ किया जा सकता है, किसानों लई की कुछ रियायतां दित्तियां जाणगियां मनप्रीत सिंह बादल के उस पिटारे दे विच मौजूद है जो 11:15 बजे पेश किया जाएगा। और उस तो इलावा की पेट्रोल डीजल दीयां कीमतां घटणगियां क्योंकि पेट्रोल डीजल 90 तो पार जड़ा वा पंजाब दे विच पहुंच चुकिया वा। ये कहा जाता है कि जो गुआढ़ी सूबे ने चाहे हिमाचल प्रदेश होवे, हरियाणा होवे, चंडीगढ़ होवे, उत्थे पेट्रोल डीजल घट रेट है पंजाब के मुकाबले। तो की पंजाब सरकार वैट घटाएगी, इस ते भी नज़रां जिहड़ियां ने वो रहन वालियां ने। दूसरा, लगातार सरकारी मुलाजम जो ने वो मनप्रीत सिंह बादल तो खफा नज़र आए ने। तो की उन्हां नूं खुशखबरी जिहड़ा वा मनप्रीत सिंह बादल दे बजट चों निकलेगी, ये भी काफ़ी अहम पॉइंट रहन वाला है। और इस दे नाल इंडस्ट्री क्योंकि पिछले साल पूरा साल ठप पई रही है, लगातार इंडस्ट्री ये कहती है कि हिमाचल प्रदेश दे विच बिजली सस्ती है। तो की इंडस्ट्री दे लई कोई सौगात इस बजट दे विच रहन वाली है? नज़रां इस गल ते भी टिकियां रहन वालियां ने। 11:15 बजे मनप्रीत सिंह बादल बजट पेश करनगे, उस तो पहला कैबिनेट दे लई मनप्रीत सिंह बादल रवाना हो चुके हैं और कैबिनेट जो है अगले 1 ਤੋਂ 2 मिनट च शुरू हो जाएगी। गौरव जी बिल्कुल, तो कैबिनेट जल्दी शुरू हो जाएगी। कैबिनेट की मीटिंग के लिए रवाना हो चुके हैं मनप्रीत सिंह बादल। अमृत तो बिल्कुल ये भी दस दईए कि हुण मीटिंग के लिए रवाना हुए ने, उस तो बाद एक बार घर आके अपना जो चोण का पटारा है, बजट का पटारा है, वो लैके जाएंगे। तो उस तो बाद विधान सभा के 11 बजे के करीब जो है वो पेश किया जाएगा मनप्रीत बादल के वलों बजट। मनप्रीत बादल के मोढियां दे उपर बड़ी वड्डी जिम्मेवारी है अज, वो जिम्मेवारी कि हर वर्ग नूं किस तरह खुश किया जाए क्योंकि हर कोई देख रहा है। तो उस तो भी वड्डी चुनौती हो जाती है कि आखिरी बजट है 2017 दे विच मनप्रीत बादल ने अपना पहला बजट पेश किया सी, 5वां बजट है 2021 दे विच। अगला बजट कौन पेश करेगा तो जनता तय करेगी। तो वक-वक थावां तो साडे सहयोगी भी जो अज जुड़नगे, पंजाब भवन तो लेके विधान सभा तक की तस्वीर भी तुहानूं दिखावांगे। रोहित बंसल साडे सहयोगी जुड़े ने। तो रोहित, मनप्रीत बादल घरों रवाना हो गए ने, कैबिनेट की मीटिंग होगी, मंजूरी मिलेगी तो उस तो बाद बजट पेश होगा, की कुछ जानकारी तुहाडे कोल? 11 बजे ਜਿਹੜਾ ਬਜਟ ਆ ਉਸ ਨੂੰ ਪੇਸ਼ ਕੀਤਾ ਜਾਣਾ ਹੈਗਾ। ਸਭ ਤੋਂ ਪਹਿਲਾਂ ਜਿਹੜੀ ਕੈਬਨਿਟ ਮੀਟਿੰਗ ਹੈ, ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਇਹ ਬਜਟ ਆ ਉਸ ਨੂੰ ਅਪਰੂਵ ਕੀਤਾ ਜਾਏਗਾ ਔਰ 11:15 ਵਜੇ ਸਹੀ ਵਿਧਾਨ ਸਭਾ ਦੇ ਵਿੱਚ ਇਹ ਬਜਟ ਪੇਸ਼ ਕੀਤਾ ਜਾਏਗਾ। ਜਿਸ ਚੀਜ਼ ਦਾ ਜ਼ਿਕਰ ਅੰਮ੍ਰਿਤ ਮੈਂ ਪਹਿਲਾਂ ਵੀ ਕਰ ਰਿਹਾ ਸੀ ਕਿ ਮਨਪ੍ਰੀਤ ਬਾਦਲ ਆਪਣੇ ਬਜਟ ਦੇ ਵਿੱਚ ਜਿਸ ਤਰ੍ਹਾਂ ਦੀ ਸ਼ੇਰੋ-ਸ਼ੇਰੀ ਕਰਦੇ ਨੇ, ਜਿਹੜਾ 20 ਜੂਨ 2017 ਦੇ ਬਜਟ ਦੀ ਗੱਲ ਮੈਂ ਬਾਰ-ਬਾਰ ਇਸ ਕਰਕੇ ਕਰ ਰਿਹਾ ਕਿਉਂਕਿ ਪੰਜਾਬ ਸਰਕਾਰ ਦਾ ਉਹ ਪਹਿਲਾ ਬਜਟ ਸੀ, ਮਨਪ੍ਰੀਤ ਬਾਦਲ ਦਾ ਉਹ ਪਹਿਲਾ ਬਜਟ ਸੀ। ਉਸ ਦੇ ਵਿੱਚ ਜਿਸ ਚੀਜ਼ ਦਾ ਜ਼ਿਕਰ ਮਨਪ੍ਰੀਤ ਬਾਦਲ ਨੇ ਕੀਤਾ ਸੀ ਕਿ ਅਗਰ ਮੁਸ਼ਕਿਲ ਹੈ ਇਨ मन
आंखों को एक ही तस्वीर में पिरोना, तुझे मुश्किल को आसान करके छोड़ूंगा, दिखा दूंगा इस जहां को, मेरी आंखों ने जो देखा है, तुझे भी सूरत आईना हैरान करके छोड़ूंगा। ਤਾਂ ਕੀ ਮਨਪ੍ਰੀਤ ਬਾਦਲ ਜਿਹੜੀ ਉਹ ਹੈਰਾਨ ਕਰਨ ਵਾਲੀ ਗੱਲ ਕਰ ਰਹੀ ਸੀ, ਕੀ ਉਹ 2021 ਦੇ ਬਜਟ ਵਿੱਚ ਨਜ਼ਰ ਆਏਗੀ ਜਦੋਂ ਮਨਪ੍ਰੀਤ ਬਾਦਲ ਆਪਣਾ ਆਖਰੀ ਬਜਟ ਪੇਸ਼ ਕਰ ਰਹੀ ਸੀ, ਜਿਸ ਚੀਜ਼ ਦਾ ਜ਼ਿਕਰ ਜਿਹੜੇ ਖਾਬ ਮਨਪ੍ਰੀਤ ਬਾਦਲ ਨੇ 2017 ਦੇ ਵਿੱਚ ਪੰਜਾਬ ਨੂੰ ਦਿਖਾਏ ਸੀ, ਜਿਸ ਤਸਵੀਰ ਦਾ ਮਤਲਬ ਹੁੰਦਾ ਹੈਗਾ ਇੱਕ ਮਾਲਾ, ਜਿਹੜੀ ਮਾਲਾ ਦੇ ਵਿੱਚ ਇੱਕ ਮਣਕੇ ਪਰੋਣ ਦੀ ਗੱਲ ਕੀਤੀ ਗਈ ਸੀ। ਕਹਿੰਦਾ ਭਾਵ ਸੀ ਕਿ ਜਿਹੜੇ ਪੰਜਾਬ ਸਰਕਾਰ ਦੇ ਉੱਤੇ, ਪੰਜਾਬ ਦੇ ਉੱਤੇ ਵਿੱਤੀ ਬੋਝ ਸੀ ਉਹਨਾਂ ਨੂੰ ਘੱਟ ਕਰਨ ਦੀ ਗੱਲ ਸੀ, ਪੰਜਾਬ ਨੂੰ ਅੱਗੇ ਵਧਾਉਣ ਦੀ ਗੱਲ ਸੀ ਮਣਕਿਆਂ ਦੇ ਰੂਪ ਵਿੱਚ। ਕੀ ਉਹ ਮਣਕਿਆਂ ਨੂੰ ਇੱਕ ਮਾਲਾ ਦੇ ਰੂਪ ਵਿੱਚ ਉਹ ਪਰੋ ਪਾਏ ਨੇ ਜਾਂ ਨਹੀਂ ਪਰੋ ਪਾਏ? ਜਿਹੜੇ ਵਾਅਦੇ ਉਸ ਸਮੇਂ ਕੀਤੇ ਸੀ 2017 ਦੇ ਵਿੱਚ ਪੈਨਸ਼ਨਾਂ ਨੂੰ ਵਧਾ ਦਿੱਤਾ ਗਿਆ ਸੀ, 250 ਰੁਪਏ ਪੈਨਸ਼ਨ ਵਧਾ ਦਿੱਤੀ ਗਈ ਸੀ। 2017 ਦੇ ਬਜਟ ਦੇ ਵਿੱਚ ਜਿਹੜੀ ਸ਼ਗਨ ਸਕੀਮ ਹੈ ਉਸ ਦੇ ਵਿੱਚ ਕਰੀਬ 6000 ਦਾ ਵਾਅਦਾ ਕਰ ਦਿੱਤਾ ਗਿਆ ਸੀ, 15000 ਤੋਂ ਵਧਾ ਕੇ 21000 ਕਰ ਦਿੱਤੀ ਗਈ ਸੀਗੀ। ਤਾਂ ਕੀ ਉਸ ਦੇ ਵਿੱਚ ਕੁਝ ਹੋਰ ਵਾਅਦੇ ਹੁੰਦੇ ਆ ਜਾਂ ਨਹੀਂ ਹੁੰਦੇ, ਕੀ ਉਸ ਨੂੰ ਹੋਰ ਵਧਾਇਆ ਜਾਂਦਾ ਜਾਂ ਨਹੀਂ ਵਧਾਇਆ ਜਾਂਦਾ, ਇਹ ਦੇਖਣਾ ਬੇहद ਅਹਿਮ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਸੀ ਕਿ 2 ਮਹੀਨਿਆਂ ਦੇ ਅੰਦਰ ਅੰਦਰ ਐਗਰੀਕਲਚਰ ਪਾਲਿਸੀ ਲਿਆਂਦੀ ਜਾਏਗੀ, ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਔਰ ਹਾਲੇ ਤੱਕ ਪੰਜਾਬ ਦੇ ਵਿੱਚ ਕੋਈ ਐਗਰੀਕਲਚਰ ਪਾਲਿਸੀ ਉਸ ਤਰ੍ਹਾਂ ਦੀ ਨਜ਼ਰ ਨਹੀਂ ਆਈ। ਤਾਂ ਕੀ ਇਸ ਬਜਟ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਹੋਰ ਅੱਗੇ ਵਧਾਇਆ ਜਾਏਗਾ ਜਾਂ ਨਹੀਂ? ਮੁੱਖ ਤੌਰ ਤੇ ਜੇਕਰ ਏਜੰਡੇ ਦੀ ਗੱਲ ਕਰੀ ਜਾਵੇ ਤਾਂ ਖੇਤੀਬਾੜੀ ਨੂੰ ਲੈ ਕੇ ਏਜੰਡਾ ਹੈ, ਨੌਜਵਾਨਾਂ ਨੂੰ ਲੈ ਕੇ ਏਜੰਡਾ ਹੈ ਔਰ ਜਿਹੜੇ ਸ਼ਡਿਊਲ ਕਾਸਟ ਦੇ ਲੋਕ ਹੈ ਉਹਨਾਂ ਨੂੰ ਲੈ ਕੇ ਏਜੰਡਾ। ਕੀ ਇਹ ਏਜੰਡੇ ਪੂਰੇ ਕੀਤੇ ਜਾਣਗੇ ਜਾਂ ਨਹੀਂ, ਇਹ ਦੇਖਣਾ ਬੇहद ਅਹਿਮ ਰਹਿਣ ਵਾਲਾ ਹੈ। ਜੀ ਗੌਰਵ ਜੀ ਬਿਲਕੁਲ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ ਕਿ ਕਿਹੜੇ ਵਰਗ ਦੇ ਲਈ ਕੀ ਕੁਝ ਐਲਾਨ ਕੀਤੇ ਜਾਂਦੇ ਨੇ, ਕਿਉਂਕਿ ਲਗਾਤਾਰ ਅਸੀਂ ਇਹੀ ਜ਼ਿਕਰ ਕਰ ਰਹੇ ਹਾਂ ਕਿ ਇਲੈਕਸ਼ਨ ਈਅਰ ਹੈ ਤੇ ਇਲੈਕਸ਼ਨ ਈਅਰ ਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਲਾਜ਼ਮੀ ਤੌਰ ਤੇ ਹੋ ਜਾਂਦੀਆਂ ਨੇ ਜਦੋਂ ਸੂਬੇ ਦਾ ਬਜਟ ਪੇਸ਼ ਕੀਤਾ ਜਾਣਾ ਹੋਵੇ। ਹੁਣ ਸਿੱਧਾ ਰੁਕ ਕਰਦੇ ਹਾਂ ਬਿਊਰੋ ਚੀਫ ਨੇ ਸਾਡੇ ਨਾਲ ਨਿਊਜ਼ 18 ਪੰਜਾਬ ਦੇ ਨਪਿੰਦਰ ਸਿੰਘ ਬਰਾੜ। ਨਪਿੰਦਰ, ਓਵਰ ਟੂ ਯੂ। शुक्रिया गौरव। तो अज फिर तो कह सकते हैं कि धरने का दिन नजर आएगा और अज बराबर धरने चलने ने, जिथे अज सरकार ने बजट पेश करना, मनप्रीत बादल ने बजट पेश करना, तो दूजे पासे अकाली दल ते आम आदमी पार्टी दोनों ने बिगड़ वजा दिता है कि साडी धरने की तैयारी है, सरकार नूं घेरन की तैयारी है। पर एक इस धरने के दौरान समझने की जरूरत है गौरव चीज़ कि अकाली दल नूं 3 दिन लई सस्पेंड कर दिता गया सदन के अंदरों, यानी अज कल ते परसों 3 दिन बाहर रहेगा अकाली दल। पर इसे दौरान अकाली दल के कोले हाले 3 योधे बचे ने, 3 योधे जिहड़े ने वो अंदर जा सकते हैं। किहड़े योधे ने? एक तो साबका मुख्यमंत्री सरदार प्रकाश सिंह बादल वो अंदर जा सकते हैं, क्योंकि वो जो हंगामा होया वो अंदर नहीं सी तो वो सस्पेंड नहीं गए। दूजा विधायक लखवीर सिंह लोधी नंगल, जो पूरा रौला चल रहा सी तो कुदरती कोई दवाई दवूई लैन बाहर आए सी, शायद उन्होंने लत्त दे विच दर्द चल रहा, वो भी बच गए। तीजे ने दलराज सिंह भुंदड़, दलराज सिंह भुंदड़ भी किसी कारण उस वेले सदन के अंदर मौजूद नहीं सी ते वो भी बच गए। ये 3 लोग ने, 3 विधायक ने जिहड़े सदन के अंदर अज भी जा सकते हैं, जिन्हां दे विचों 2 दे अंदर जाण दे पूरे चांस ने। यानी कि सरदार प्रकाश सिंह बादल क्योंकि नहीं आ रहे लगातार तो वो नहीं हो सकते अंदर, पर यह भी नहीं कह सकते हो सकता मौके पर पहुँच भी जाण। पर 2 जिहड़े ने दलराज सिंह भुंदड़ ते लखवीर सिंह लोधी नंगल वो अंदर जा सकते हैं अज, और दलराज सिंह भुंदड़ साडे नाल ने। और अकाली दल के जिथे ये 2 योधे अंदर जाएंगे तो बाकी बाहर मोर्चा संभालने। पवन कुमार टीनू बाहर मोर्चा संभालने वालों के ने, क्योंकि टीनू जी काफ़ी रौला रूला पाते नजर आते हैं, तो इन्हों का नंबर तो पहला लगना ही सीगा। जे टीनू जी अज बचे होंगे तो मैं लगता कि तुसीं जे कल्ले भी होंगे तो भी नहीं अंदर जा सकते। अज देखो गल आ भी लोगों दी जायज़ मंगां उठाउणियां, मुलाजमां दियां, किसानां दियां, मजदूरां दियां, विद्यार्थियों दियां, ये साडा फर्ज आ। तो जे मुख मंत्री पवित्र फ्लोर के उत्ते सदन च झूठ बोलेगा तो साडा ये भी फर्ज आ कि उन्होंने पुछना भी ये झूठ क्यों बोल रहे हैं। इन्ने लोग करोना नाल परेशान होए आ, इन्ने मुलाजम इस वेले परेशान आ, किसान रोज़ खुदकुशियां कर रहे आ, रोज़ नौजवान बच्चे ड्रग दे नाल मर रहे आ, घर घर नौकरी उड़ीक रहे आ नौजवान। तो फिर जे गल असीं नहीं उठाउणी फिर साडा फायदा की विधान सभा च? तो तुसीं बाहर रौला पाओगे, पर दलराज भुंदड़ जी अंदर जाने वाले चो आ, लखवीर सिंह लोधी नंगल ते दलराज भुंदड़ ये 2 चेहरे अंदर जाने वाले ने। भुंदड़ साहब उधर बच गए, तुसीं सी कित्थे ते अज अंदर जाओगे, अंदर जाके आवाज़ चुकोगे, फिर कल्ले संभाल लोगे मोर्चा? ਬਿਲਕੁਲ ਜੀ, ਜਿਹੜੀ ਗੱਲ ਹੈ ਲੋਕ ਰਾਜ ਦੇ ਵਿੱਚ ਵੈਸੇ ਤਾਂ ਇੱਕ ਇਤਿਹਾਸ ਦਾ ਕਾਲਾ ਦਿਨ ਹੈ ਜਦੋਂ ਬਜਟ ਪੇਸ਼ ਹੋਣਾ, ਜਿਹਦੇ ਵਿੱਚ ਕੀ ਆਪੋਜੀਸ਼ਨ ਪਾਰਟੀ ਦਾ ਕੰਮ ਹੁੰਦਾ ਉਹਦੀਆਂ ਕਮੀਆਂ ਪੇਸ਼ੀਆਂ ਕੱਢਣੀਆਂ। ਕਿਉਂਕਿ ਕਾਰਨ ਕੀ ਹੈ, ਜੇ ਤੁਸੀਂ ਇਤਿਹਾਸ ਵੱਲ ਦੇਖੋ, ਇਸੇ ਸਰਕਾਰ ਨੂੰ ਰਾਜ ਕਰ ਰਹੇ ਸੀ ਕੈਪਟਨ ਸਾਹਿਬ 2 ਤੋਂ 7 ਤੱਕ, ਤਾਂ ਉਦੋਂ 3 ਸਾਲ 4 ਸਾਲ ਇੱਕ ਚੀਜ਼ ਚੱਲੀ, ਅਕਾਲੀ ਦਲ ਨੇ ਖਜ਼ਾਨਾ ਖਾਲੀ ਕਰਤਾ ਤੇ ਦੁਬਾਰੇ ਫਿਰ ਉਹੀ ਇਤਿਹਾਸ ਆ ਗਿਆ। 4 ਸਾਲ ਹੋ ਗਏ
ਇੱਕ ਵਿਰੋਧੀ ਪਾਰਟੀ ਅੰਦਰ ਰੱਖੀ ਹੈ ਜਿਹੜੀ ਹਲੇ ਸ਼ਾਇਦ ਪਿਛਲੇ 10 ਸਾਲ ਦੇ ਜੈਟ ਲੈਗ ਚੋਂ ਬਾਹਰ ਨਹੀਂ ਨਿਕਲੀ, ਅਕਾਲੀ ਦਲ ਦੇ ਜੀ, ਚੋਂ ਨਰਿੰਦਰ। ਨਹੀਂ ਬਾਹਰ ਨਿਕਲੀ। ਉਹ ਸਰਕਾਰ ਨੂੰ ਤਾਂ ਘੇਰਦੇ ਜੀ ਨੇ। ਨਰਿੰਦਰ। ਅਕਾਲੀ ਦਲ ਇੱਕ ਪਾਰਟੀ ਸੀ ਜਿਹਨੇ ਸਰਕਾਰ ਨੂੰ ਠੋਕ ਕੇ ਲੋਕਾਂ ਦੇ ਮੁੱਦੇ ਉਠਾਉਣੇ ਸੀ। ਸਿਰਫ ਇੱਕ ਕਾਰਨ ਕਿ ਪੰਜਾਬ ਸਰਕਾਰ, ਪੰਜਾਬ ਦਾ ਫਾਈਨਾਂਸ ਮੰਤਰੀ ਖੁੱਲ੍ਹ ਕੇ ਉੱਥੇ ਗਾਲਾਂ ਕੱਢ ਸਕੇ, ਅਕਾਲੀ ਦਲ ਅੱਗੇ ਜਵਾਬ ਨਾ ਦੇ ਸਕੇ ਤਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ। ਦਲਰਾਜ ਭੁੰਦੜ ਹੋਣੀ ਅੰਦਰ ਜਾਣਗੇ, ਗੌਰਵ 2 ਵਿਧਾਇਕ ਅੰਦਰ ਜਾਣਗੇ ਤੇ ਅੰਦਰ ਜਾ ਕੇ ਆਵਾਜ਼ ਚੁੱਕਣਗੇ ਔਰ ਥੋੜੀ ਦੇਰ ਤੱਕ ਪ੍ਰਦਰਸ਼ਨ ਹੈ ਜਿਹੜਾ ਉਹ ਅਕਾਲੀ ਦਲ ਨੇ ਸ਼ੁਰੂ ਕਰਨਾ ਹੈ, ਯਾਨੀ ਕਿ ਦੋਨੇ ਪਾਸੇ ਸਦਨ ਦੇ ਅੰਦਰ ਵੀ ਤੇ ਬਾਹਰ ਵੀ ਦੋਨੇ ਪਾਸੋਂ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ ਤੇ ਤੀਜਾ ਆਮ ਆਦਮੀ ਬਿਲਕੁਲ। ਪਾਰਟੀ ਵਾਲੇ ਵੀ ਮੋਰਚਾ ਲਾ ਰਹੇ ਆ। ਟੀਨੂ ਜੀ ਤੁਹਾਡੇ ਕੋਲ ਦੁਬਾਰਾ ਆਵਾਂਗੇ, ਇੱਕ ਬ੍ਰੇਕ ਦਾ ਸਮਾਂ ਜੀ। ਗੌਰਵ